हाँ जी, गुड मॉर्निंग स्टूडेंट्स। बेटा अपनी 9th दी आपां चैप्टर कर रहे सी मोशन गति वाला असाइनमेंट नंबर 12 कर रहे हैं। ये मैं दोनों मीडियम च करवाऊँगा, इंग्लिश मीडियम च भी पंजाबी मीडियम च। ध्यान नाल सुनियो, समझ के सारा कुछ समझ के तां कापी ते लिखना। हुण देखो, एक आपां ने आ कीता सी, एक समान प्रवेगित गति लई वेग समा ग्राफ। जदों एक्सरलेशन प्रवेगित गति मतलब जो एक्सरलेट यूनीफॉर्मली एक्सरलेटड मोशन होवे तो उस केस च समाग्राफ कह जा बनता। याद है सारिਆਂ ਨੂੰ। इधरले पासे टाइम लैंदे हुंदे सी, इधरले पासे आपां वेलोसिटी या वेग लैंदे हुंदे सी। हुण जदों एक समान प्रवेगित ग्राफ होवे तो इहदा ग्राफ सीधी स्ट्रेट लाइन बनता हुंदा सीगा, याद है। ਹੁਣ ਕਹਿੰਦਾ ਇਹਦਾ ਜਦੋਂ ਯੂਨੀਫਾਰਮਲੀ ਐਕਸਲੇਟਡ ਮੋਸ਼ਨ ਜਾਂ ਇੱਕ ਸਮਾਨ ਪ੍ਰਵੇਗਿਤ ਮੋਸ਼ਨ ਹੋਵੇ ਤਾਂ ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਜਾਂ ਵੇਗ ਟਾਈਮ ਗ੍ਰਾਫ ਇਹ ਦੱਸਦਾ ਕੀ ਹੈ। ਜਿਵੇਂ ਆਪਣੇ ਕੋਲ ਆਪਾਂ ਨੇ ਦੋ ਟਾਈਮ ਲੈ ਲਏ, ਇੱਕ ਟਾਈਮ t1 ਤੇ ਪਾਰਟੀਕਲ ਇੱਥੇ ਹੈ, t1 ਟਾਈਮ ਹੈ। ਆਹ ਮੰਨ ਲਓ t2 ਟਾਈਮ ਹੈ। t1 ਟਾਈਮ ਤੇ ਇਹਦੀ ਵੈਲੋਸਿਟੀ ਮੰਨ ਲਈ ਇੱਥੇ ਤੱਕ ਹੈ, ਆਹ ਵੈਲੋਸਿਟੀ ਹੈ, ਮੰਨ ਲਓ u ਵੈਲੋਸਿਟੀ ਹੈ ਸਟਾਰਟਿੰਗ। t2 टाइम ਤੇ ਵੈਲੋਸਿਟੀ ਹੈਗੀ ਹੈ, ਮੰਨ ਲਓ v ਵੈਲੋਸਿਟੀ ਹੈ, ਠੀਕ ਹੈ। ਤਾਂ ਵੈਲੋਸਿਟੀ ਟਾਈਮ ਗ੍ਰਾਫ ਐਕਸਲੇਟਡ ਮੋਸ਼ਨ ਦੇ ਵਿੱਚ ਕੀ ਦੱਸਦਾ ਹੈ? ਇਹ ਦੱਸਦਾ ਹੈ ਜੀ ਦੂਰੀ, ਕਿ t1 ਤੋਂ t2 ਟਾਈਮ ਤੱਕ ਪਹੁੰਚਣ ਲਈ, t1 ਟਾਈਮ ਤੋਂ ਮੰਨ ਲਓ 5 ਸੈਕਿੰਡ ਤੋਂ 10 ਸੈਕਿੰਡ ਤੱਕ ਪਹੁੰਚਣ ਲਈ ਉਹਨੇ ਕਿੰਨੀ ਦੂਰੀ ਤੈਅ ਕੀਤੀ। ਜੇ ਕਦੇ ਵੀ ਆਪਾਂ ਨੇ ਦੂਰੀ ਕੱਢਣੀ ਹੈ ਤਾਂ ਆਪਾਂ ਵੈਲੋਸਿਟੀ ਟਾਈਮ ਗ੍ਰਾਫ ਬਣਾਵਾਂਗੇ। ਜਿਹੜਾ ਇਹਦੇ ਵਿੱਚ ਵਾਲਾ ਏਰੀਆ ਹੋਊਗਾ ਵੈਲੋਸਿਟੀ ਟਾਈਮ ਗ੍ਰਾਫ ਦੇ t1 ਤੇ t2 ਦੇ ਵਿੱਚ ਵਾਲਾ ਏਰੀਆ, ਉਹ ਦੱਸਦਾ ਆਪਾਂ ਨੂੰ ਦੂਰੀ। ਇਹ ਪੁੱਛ ਲੈਂਦਾ ਹੁੰਦਾ ਵੈਲੋਸਿਟੀ ਟਾਈਮ ਗ੍ਰਾਫ ਦਾ ਫਾਇਦਾ ਕੀ ਹੈ। ਇਹਦਾ ਜਿਹੜਾ ਏਰੀਆ ਆਫ ਟਾਈਮ ਬਿਟਵੀਨ ਦੀ ਏਰੀਆ ਮਤਲਬ ਜਗ੍ਹਾ ਕਿੰਨੀ ਘੇਰੀ ਆ ਉਹਨੇ, ਉਹ ਏਰੀਆ ਜਿਹੜਾ ਕੀ ਦੱਸਦਾ ਹੈ, ਉਹਦਾ ਖੇਤਰਫਲ ਜਿਹੜਾ ਉਹ ਦੱਸਦਾ ਹੈ ਕਿ ਕਿੰਨੀ ਦੂਰੀ ਉਹਨੇ ਟਰੈਵਲ ਪਰਸਨ ਨੇ ਟਰੈਵਲ ਕੀਤੀ ਫਰੋਮ t1 ਟਾਈਮ ਤੋਂ t2 ਟਾਈਮ ਤੱਕ, ਠੀਕ ਹੈ। ਅਤੇ ਏਰੀਆ ਕਿਵੇਂ ਕੱਢਦੇ ਆ? ਦੇਖੋ ਆਹ ਡਾਇਗਰਾਮ ਬਣਾਈਏ ਨੇ। ਮੰਨ ਲਓ t1 ਟਾਈਮ 'ਤੇ ਉਹ ਈ ਪਾਰਟ, ਦੇਖੋ t1 ਟਾਈਮ ਕਿੱਥੇ, ਇੱਥੇ ਤੱਕ, t2 ਟਾਈਮ ਇੱਥੇ ਤੱਕ ਹੈ। ਦੇਖੋ ਇੱਧਰਲੇ ਪਾਸੇ u ਵੈਲੋਸਿਟੀ ਹੋਗੀ og, v ਵੈਲੋਸਿਟੀ ਹੋਗੀ v। ਤਾਂ t1 ਤੋਂ t2 ਟਾਈਮ ਤੱਕ ਉਹਨੇ ਕਿੰਨੀ ਦੂਰੀ ਤੈਅ ਕੀਤੀ, ਉਹ ਕੱਢਣ ਲਈ ਫਾਰਮੂਲਾ ਇਹਦਾ ਏਰੀਆ ਪੂਰੇ ਦਾ। ਏਰੀਆ ਕਿਹਦਾ? A B C D E ਦਾ ਏਰੀਆ। ਹੁਣ ਏਰੀਆ ਕਿਵੇਂ ਕੈਲਕੂਲੇਟ ਕਰਾਂਗੇ? ਇਹਦਾ ਏਰੀਆ ਇਹ ਕੀ ਦੱਸਦੀ ਹੈ? ਦੂਰੀ, ਠੀਕ ਹੈ। ਦੂਰੀ ਜਦੋਂ t1 ਤੋਂ t ਟਾਈਮ ਤੱਕ 5 ਸੈਕਿੰਡ ਤੋਂ 50 ਸੈਕਿੰਡ ਤੱਕ ਪਹੁੰਚਣ ਲਈ ਉਹਨੇ ਕਿੰਨੀ ਦੂਰੀ ਤੈਅ ਕੀਤੀ, ਤਾਂ ਵੈਲੋਸਿਟੀ ਟਾਈਮ ਗ੍ਰਾਫ ਬਣਾਵਾਂਗੇ। ਜਿਹੜਾ ਉਹ ਏਰੀਆ ਆਊਗਾ ਉਹ ਤੁਹਾਨੂੰ ਦੂਰੀ ਦੱਸੂਗਾ। ਹੁਣ ਦੂਰੀ ਕਿਹਦੇ ਬਰਾਬਰ ਹੈ? ਏਰੀਆ ਦੇ। ਇਹਦਾ ਏਰੀਆ ਕਿਵੇਂ ਕੱਢਾਂਗੇ? ਇੱਥੇ ਦੇਖੋ ਦੋ ਚੀਜ਼ਾਂ ਤੋਂ ਮਿਲ ਕੇ ਏਰੀਆ ਬਣਿਆ। ਦੇਖੋ ਦੋ ਚੀਜ਼ਾਂ ਤੋਂ ਮਿਲ ਕੇ ਏਰੀਆ ਬਣਿਆ। ਇਹ ਕਿਹੜੀਆਂ ਕਿਹੜੀਆਂ ਦੋ ਚੀਜ਼ਾਂ ਨੇ ਜਿਸ ਤੋਂ ਮਿਲ ਕੇ ਇਹ ਏਰੀਆ ਬਣਿਆ? ਇੱਕ ਤਾਂ ਆਹ ਚੀਜ਼ ਹੈ, ਦੇਖੋ ਰੈਕਟੈਂਗਲ, ਇੱਕ ਉੱਪਰਲਾ ਟਰਾਇੰਗਲ ਜਾਂ ਟਰਾਇੰਗਲ ਜਾਂ ਕਹਿ ਸਕਦੇ ਤ੍ਰਿਭੁਜ, ਅਤੇ ਨੀਚੇ ਵਾਲਾ ਹੈਗਾ ਰੈਕਟੈਂਗਲ ਜਾਂ ਇਹਨੂੰ ਕਹਿੰਦੇ ਹਾਂ ਆਪਾਂ ਆਇਤ। ਹੁਣ ਇਹ ਕਿਹਦੇ ਬਰਾਬਰ ਹੈ? ਉੱਪਰ ਵਾਲੇ ਦਾ ਏਰੀਆ। ਤ੍ਰਿਭੁਜ ਦਾ ਏਰੀਆ ਕਿੰਨਾ ਹੁੰਦਾ? 1/2 ਗੁਣਾ ਆਧਾਰ, ਆਧਾਰ ਹੈਗਾ ਇਹਦਾ AC, ਲੰਬ ਹੈਗਾ BC, 1/2 ਗੁਣਾ AC ਗੁਣਾ BC। ਉੱਪਰ ਵਾਲੇ ਦਾ ਤ੍ਰਿਭੁਜ ਦਾ ਏਰੀਆ ਜਮਾ ਨੀਚੇ ਵਾਲਾ ਰੈਕਟੈਂਗਲ ਦਾ ਏਰੀਆ। ਰੈਕਟੈਂਗਲ ਕੀ ਹੁੰਦੀ ਹੈ? ਲੈਂਥ ਇੰਟੂ ਬ੍ਰੈਥ। ਲੈਂਥ ਹੈਗੀ ਹੈ ED, ਬ੍ਰੈਥ ਹੈਗੀ ਹੈ AE। ਲਓ ਆਹ ਦੋਨਾਂ ਨੂੰ ਗੁਣਾ ਕਰ ਦਿਓ, ਉਹ ਤੁਹਾਡੇ ਕੋਲ ਦੂਰੀ ਆ ਜੂਗੀ। ਦੇਖੋ ਇਹੀ ਇਹਨੇ ਕੀਤਾ ਹੁਣ। ਦੇਖੋ ਦੂਰੀ ਕਿਹਦੇ ਬਰਾਬਰ ਹੈ? ABCDE ਦਾ ਖੇਤਰਫਲ। ਇਹ ਦੋ ਚੀਜ਼ਾਂ ਤੋਂ ਮਿਲ ਕੇ ਬਣਿਆ, ਇੱਕ ਆਇਤ ਹੋ ਗਿਆ ਜਾਂ ਰੈਕਟੈਂਗਲ ਦਾ, ਪਲੱਸ ਤ੍ਰਿਭੁਜ ਦਾ। ਤ੍ਰਿਭੁਜ ਦੇ ਖੇਤਰਫਲ ਦਾ ਫਾਰਮੂਲਾ 1/2 ਗੁਣਾ ਆਧਾਰ ਗੁਣਾ ਉਚਾਈ, ਅਤੇ ਆਇਤ ਦਾ ਹੁੰਦਾ ਲੰਬਾਈ ਗੁਣਾ ਚੌੜਾਈ। ਤਾਂ ਇਸ ਤੋਂ ਆਪਣੇ ਕੋਲ ਦੂਰੀ ਆ ਜੂਗੀ। ਮਤਲਬ ਕਿ ਜੇ ਕਦੇ ਵੀ ਯੂਨੀਫਾਰਮਲੀ ਐਕਸਲੇਟਡ ਮੋਸ਼ਨ 'ਚ ਜਾਂ ਇੱਕ ਸਮਾਨ ਪ੍ਰਵੇਗਿਤ ਗਤੀ ਦੇ ਵਿੱਚ ਆਪਾਂ ਨੇ ਦੂਰੀ ਕੱਢਣੀ ਹੈ ਤਾਂ ਆਪਾਂ ਵੇਗ ਗਤੀ ਗ੍ਰਾਫ ਬਣਾਵਾਂਗੇ, ਵੈਲੋਸਿਟੀ ਟਾਈਮ ਗ੍ਰਾਫ ਬਣਾਵਾਂਗੇ। ਉਹਦਾ ਜਿਹੜਾ ਵਿੱਚ ਵਾਲਾ ਏਰੀਆ ਹੋਊਗਾ ਦੈਟ ਗਿਵਜ਼ ਦੂਰੀ। ਬਸ ਇੰਨਾ ਕੁ ਯਾਦ ਰੱਖੋ, ਠੀਕ ਹੈ। ਇੱਥੋਂ ਦੀ ਇੱਕ ਹੋਰ ਫਾਰਮੂਲਾ ਨਿਕਲਦਾ। ਅਤੇ ਜਦੋਂ ਵੀ ਯੂਨੀਫਾਰਮਲੀ ਐਕਸਲੇਟਡ ਮੋਸ਼ਨ ਹੋਵੇ ਜਾਂ ਇੱਕ ਸਮਾਨ ਪ੍ਰਵੇਗਿਤ ਗਤੀ ਗ੍ਰਾਫ ਹੋਵੇ ਤਾਂ ਪ੍ਰਵੇਗ ਕੱਢਣ ਦਾ ਕੀ ਫਾਰਮੂਲਾ ਹੈ? ਪ੍ਰਵੇਗ ਕੱਢਣ ਦਾ, ਵਸਤੂ ਦਾ ਪ੍ਰਵੇਗ ਕੱਢਣ ਜਾਂ ਐਕਸਲੇਸ਼ਨ ਕੱਢਣ, ਇਹ ਕੱਢਣ ਦਾ ਕੀ ਫਾਰਮੂਲਾ ਹੈ? ਜਿੰਨੀ ਉਹ
ਉਹਦੀ ਢਲਾਨ ਹੈਗੀ ਹੈ ਰੇਖਾ ਏ ਬੀ ਦੀ ਜਿੰਨੀ ਢਲਾਨ ਹੈਗੀ ਹੈ ਉਹ ਐਕਸਲੇਸ਼ਨ ਉਹਦੇ ਬਰਾਬਰ ਹੁੰਦੀ ਹੈ। ਹੁਣ ਦੇਖੋ ਢਲਾਨ ਆਪਣੇ ਕੋਲ ਆ ਦੇਖੋ ਆ ਗ੍ਰਾਫ ਹੈ, ਇਹਦੇ 'ਚ ਏ ਬੀ ਦੀ ਢਲਾਨ ਕਿਵੇਂ ਕੱਢਾਂਗੇ? ਢਲਾਨ ਦੋ ਚੀਜ਼ਾਂ ਤੋਂ ਮਿਲ ਕੇ ਬਣਿਆ, ਇਹ ਬਰਾਬਰ ਹੁੰਦਾ ਲੰਬ ਬਟਾ ਆਧਾਰ ਦੇ। ਢਲਾਨ ਕੱਢਣ ਦਾ ਇਹ ਫਾਰਮੂਲਾ ਹੁੰਦਾ ਲੰਬ ਬਟਾ ਆਧਾਰ। ਹੁਣ ਦੇਖੋ ਬੀ ਸੀ ਕਿਵੇਂ ਨਿਕਲੂਗਾ? ਬੀ ਸੀ ਦੇਖੋ ਕਿੱਥੋਂ ਮਿਲ ਕੇ ਬਣਿਆ? ਆ ਬੀ ਸੀ ਆਹੀ ਹੈ, ਜਿੰਨਾ ਆ ਇਹ ਉਨਾ ਹੀ ਬੀ ਸੀ ਹੈ। ਇਹ ਕਿਵੇਂ ਬਣਿਆ? ਇਹ ਦੇਖੋ ਆ ਟੋਟਲ ਦੇ ਵਿੱਚ ਟੋਟਲ ਹੈਗਾ ਵੀ ਦੇ ਵਿੱਚੋਂ ਜੇ ਯੂ ਮਾਈਨਸ ਕਰ ਦਈਏ ਤਾਂ ਬੀ ਸੀ ਆ ਜਾਊਗਾ। ਬੀ ਸੀ ਹੈਗਾ ਵੀ ਮਾਈਨਸ ਯੂ। ਐਵੇਂ ਨੀਚੇ ਵਾਲਾ ਆਧਾਰ, ਕਿਉਂਕਿ ਆਪਾਂ ਨੇ ਢਲਾਨ ਕੱਢਣੀ ਹੈ, ਢਲਾਨ ਬਰਾਬਰ ਹੈ ਲੰਬ ਬਟਾ ਆਧਾਰ। ਆਧਾਰ ਕਿਵੇਂ ਨਿਕਲੂਗਾ? ਦੇਖੋ ਏ ਸੀ ਆਹੀ ਹੈ ਈ ਡੀ। ਇਹ ਕਿਵੇਂ ਕੱਢਾਂਗੇ? ਦੇਖੋ ਜੇ ਆ ਬੜੇ ਦੇ ਵਿੱਚੋਂ T2 ਦੇ ਵਿੱਚੋਂ ਜੇ T1 ਮਾਈਨਸ ਕਰ ਦਾਂਗੇ ਤਾਂ ਆ ਜਾਊਗਾ T2 ਮਾਈਨਸ T1। ਤਾਂ ਪ੍ਰਵੇਗ ਕਿਹਦੇ ਬਰਾਬਰ ਹੋਊਗਾ? ਉੱਪਰ ਆ ਜਾਊਗਾ ਲੰਬ ਵੀ ਮਾਈਨਸ ਯੂ, ਨੀਚੇ ਆ ਜਾਊਗਾ ਆਧਾਰ T2 ਮਾਈਨਸ T1। ਦੇਖੋ ਇਹਨੇ ਈਓ ਕੀਤਾ ਐਕਸਲੇਸ਼ਨ ਜਾਂ ਪ੍ਰਵੇਗ ਕਿਹਦੇ ਬਰਾਬਰ ਹੋਊਗਾ? ਉੱਪਰ ਲੰਬ ਵੀ ਮਾਈਨਸ ਯੂ, ਨੀਚੇ T2 ਮਾਈਨਸ T1। ਮਤਲਬ ਕਿ ਵੈਲੋਸਿਟੀ ਟਾਈਮ ਗ੍ਰਾਫ ਜਦੋਂ ਯੂਨੀਫਾਰਮਲੀ ਐਕਸਲੇਟਡ ਮੋਸ਼ਨ ਹੈ ਉਹ ਤੋਂ ਇੱਕ ਤਾਂ ਆਪਾਂ ਨੂੰ ਦੂਰੀ ਵੀ ਪਤਾ ਚੱਲ ਜਾਂਦੀ ਹੈ। ਇੱਕ ਐਕਸਲੇਸ਼ਨ ਕੱਢਣ ਲਈ ਫਾਰਮੂਲਾ ਹੈਗਾ ਢਲਾਨ ਏ ਬੀ ਦੀ, ਉਹ ਕਿਹਦੇ ਬਰਾਬਰ ਹੈ? ਲੰਬ ਬਟਾ ਆਧਾਰ ਦੇ। ਲੰਬ ਆ ਗਿਆ ਵੀ ਮਾਈਨਸ ਯੂ, ਆਧਾਰ ਆ ਗਿਆ T2 ਮਾਈਨਸ T1। ਕੀ ਟਾਈਮ ਦੇ ਵਿੱਚ ਕਿੰਨਾ ਫਰਕ ਹੈ? ਪਹਿਲਾ ਟਾਈਮ ਕਿੰਨਾ ਸੀਗਾ, ਹੁਣ ਟਾਈਮ ਕਿੰਨਾ ਹੈ? ਪਹਿਲਾ ਟਾਈਮ T1 ਸੀਗਾ, ਹੁਣ ਟਾਈਮ T2 ਹੈ। ਉਹ ਦੋਨਾਂ 'ਚ ਅੰਤਰ ਕਿੰਨਾ ਹੋਇਆ? T2 ਮਾਈਨਸ T1। ਜੇ ਮੰਨ ਲਓ T2 ਮਾਈਨਸ T1 ਨੂੰ T ਮੰਨ ਲਈਏ ਤਾਂ ਇੱਥੇ ਪੁੱਟ ਕਰ ਦਈਏ T2 ਮਾਈਨਸ 1 T1 ਦੀ ਜਗ੍ਹਾ T। ਦੇਖੋ ਆਈਓ ਬਣ ਜੂਗਾ, ਇੱਥੋਂ ਆਈਓ ਬਣ ਜੂ ਵੀ ਮਾਈਨਸ ਯੂ ਓਵਰ T। ਤਾਂ ਐਕਸਲੇਸ਼ਨ ਜਾਂ ਪ੍ਰਵੇਗ ਕੱਢਣ ਦਾ ਫਾਰਮੂਲਾ ਏ। ਇਹਨੂੰ ਦੇਖੋ ਹੋਰ ਈਜ਼ੀ ਕਰ ਸਕਦੇ ਹਾਂ। ਦੇਖੋ ਐਕਸਲੇਸ਼ਨ ਕੱਢਣ ਦਾ ਇਹ ਫਾਰਮੂਲਾ ਹੈ। ਕੀ ਫਾਰਮੂਲਾ ਬਣਿਆ? ਪ੍ਰਵੇਗ ਕੱਢਣ ਦਾ ਕੀ ਫਾਰਮੂਲਾ? ਉੱਪਰ ਤਾਂ ਜਿਹੜੇ ਵੇਗ ਦੇ ਵਿੱਚ ਅੰਤਰ, ਉੱਪਰ ਤਾਂ ਵੇਗ 'ਚ ਅੰਤਰ ਹੈ, ਦੇਖੋ ਵੀ ਮਾਈਨਸ ਯੂ ਫਾਈਨਲ ਮਾਈਨਸ ਇਨੀਸ਼ੀਅਲ ਵੈਲੋਸਿਟੀ, ਨੀਚੇ ਕੀ ਹੈ? ਟਾਈਮ ਕਿੰਨਾ ਲੱਗਿਆ। ਤਾਂ ਐਕਸਲੇਸ਼ਨ ਕੱਢਣ ਦਾ ਫਾਰਮੂਲਾ ਹੋਇਆ ਵੀ ਮਾਈਨਸ ਯੂ ਓਵਰ ਟੀ। ਇਹ ਤਦ ਹੀ ਹੈ ਜੇ ਇੱਕ ਸਮਾਨ ਪ੍ਰਵੇਗਿਤ ਮੋਸ਼ਨ ਹੈ, ਗਤੀ ਹੈ। ਅਤੇ ਜੇ ਇਹਨੂੰ ਮੈਂ ਕ੍ਰੋਸ ਮਲਟੀਪਲਾਈ ਕਰਦਾ, ਦੇਖੋ ਬੇਟਾ ਇੱਕ ਹੋਰ ਫਾਰਮੂਲਾ ਏ ਟੀ ਬਰਾਬਰ ਆ ਗਿਆ ਵੀ ਮਾਈਨਸ ਯੂ ਦੇ। ਜੇ ਯੂ ਉੱਧਰ ਲੈ ਜਾ, ਵੀ ਕਿਹਦੇ ਬਰਾਬਰ ਹੁੰਦਾ ਹੈ? ਯੂ ਪਲੱਸ ਏ ਟੀ ਦੇ। ਆ ਇੱਕ ਇਕੁਏਸ਼ਨ ਆਫ ਮੋਸ਼ਨ ਬਣੀ ਹੈ, ਅੱਗੇ ਆਪਣੀ ਯੂਜ਼ ਹੋਣੀ। ਇਹਨੂੰ ਵੀ ਯਾਦ ਰੱਖਣਾ ਫਾਰਮੂਲੇ ਨੂੰ, ਅਤੇ ਇਹਨੂੰ ਵੀ ਯਾਦ ਰੱਖਣਾ। ਦੇਖੋ ਸਮਝ ਆਇਆ? ਤਾਂ ਆਪਾਂ ਨੇ ਆ ਪੂਰੀ ਸਲਾਈਡ 'ਚ ਬੇਟਾ ਕੀਤਾ ਕੀ ਹੈ? ਸਿਰਫ ਇੰਨਾ ਕੀ ਕੀਤਾ ਹੈ, ਜਿਹੜਾ ਵੈਲੋਸਿਟੀ ਟਾਈਮ ਗ੍ਰਾਫ ਉਹ ਕੀ ਦੱਸਦਾ, ਸਿਰਫ ਇੰਨਾ ਕੁ ਯਾਦ ਰੱਖੋ। ਜਦੋਂ ਯੂਨੀਫਾਰਮਲੀ ਐਕਸਲੇਟਡ ਮੋਸ਼ਨ ਹੋਵੇ, ਇੱਕ ਸਮਾਨ ਪ੍ਰਵੇਗਿਤ ਗਤੀ ਵਾਲੀ ਕਿਰਿਆ ਹੋ ਰਹੀ ਹੋਵੇ, ਤਾਂ ਵੇਗ ਗਤੀ ਗ੍ਰਾਫ ਜਾਂ ਵੈਲੋਸਿਟੀ ਟਾਈਮ ਗ੍ਰਾਫ ਉਹ ਆਪਾਂ ਨੂੰ ਕੀ ਦੱਸਦਾ ਹੈ? ਉਹ ਇਹ ਸਿਰਫ ਇਹ ਦੱਸਦਾ, ਉਹ ਦੂਰੀ ਦੱਸਦਾ ਕਿ T1 ਤੋਂ T2 ਟਾਈਮ ਤੱਕ ਪਹੁੰਚਣ, T1 ਤੋਂ T2 ਟਾਈਮ ਵਿੱਚ ਉਹਨਾਂ ਨੇ ਕਿੰਨੀ ਦੂਰੀ ਟਰੈਵਲ ਕੀਤੀ ਪਾਰਟੀਕਲ ਨੇ। ਦੂਸਰਾ ਇਹ ਗ੍ਰਾਫ ਇਹ ਵੀ ਦੱਸਦਾ ਆਪਾਂ ਨੂੰ ਐਕਸਲੇਸ਼ਨ ਜਾਂ ਪ੍ਰਵੇਗ ਕੱਢਣ ਦੇ ਕੰਮ ਆਉਂਦਾ ਹੈ। ਉਹਦਾ ਕੀ ਫਾਰਮੂਲਾ ਹੁੰਦਾ ਐਕਸਲੇਸ਼ਨ ਦਾ? ਵੀ ਮਾਈਨਸ ਯੂ, ਮਤਲਬ ਕਿ ਚੇਂਜ ਇਨ ਵੈਲੋਸਿਟੀ ਓਵਰ ਟਾਈਮ ਟੇਕਨ, ਜਾਂ ਵੇਗ ਦੇ ਵਿੱਚ ਕਿੰਨਾ ਪਰਿਵਰਤਨ ਆਇਆ ਬਟਾ ਕਿੰਨਾ ਸਮਾਂ ਲੱਗਿਆ। ਬਸ ਇੰਨਾ ਕੁ ਬੇਟਾ ਕੰਮ ਹੈ। ਮੇਰੇ ਖਿਆਲ ਨਾਲ ਤਾਂ ਇਹ ਕੋਈ ਔਖਾ ਨਹੀਂ ਹੈਗਾ ਸਲਾਈਡ ਜੀ, ਇਹ 'ਚ ਹੋਰ ਕੁਝ ਨਹੀਂ ਕਰਨਾ, ਜ਼ਿਆਦਾ ਉਹ ਰੱਟਾ ਨਹੀਂ ਲਾਉਣਾ, ਸਮਝਣਾ ਬੇਟਾ। ਜਿੰਨਾ ਸਮਝੂਗੇ ਉਨੀ ਜਲਦੀ ਈਜ਼ੀਲੀ ਸਾਇੰਸ ਸਮਝ ਆਊਗੀ। ਠੀਕ ਹੈ ਬੇਟਾ, ਬਸ ਇੰਨੀ ਕੱਜ ਲਈ, ਬਾਕੀ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਅਤੇ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਬੇਟਾ, ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵੀਡੀਓ ਮਿਲ ਜਾਇਆ ਕਰੇ ਟਾਈਮ ਟੂ ਟਾਈਮ। ਥੈਂਕ ਯੂ।